ਮਾਨ ਸਾਹਿਬ ਸੰਗਰੂਰ ਸੀਟ ਤੋਂ ਹੁਣ ਤੁਸੀਂ ਚੋਣ ਲੜ ਰਹੇ ਹੋ, ਬਹੁਤ ਸਾਰੀ ਚਰਚਾ ਚੱਲਦੀ ਹੈ ਕਿ ਸਾਰੀਆਂ ਪੰਥਕ ਧਿਰਾਂ ਤੁਹਾਨੂੰ ਸਪੋਰਟ ਕਰਦੇ ਨੇ। ਇਸ ਤਰ੍ਹਾਂ ਜਿਹੜਾ ਕੈਂਡੀਡੇਟ ਹੁੰਦਾ ਹੈ ਉਹ ਮੰਗਤਾ ਹੁੰਦਾ ਹੈ, ਉਸ ਨੂੰ ਸਾਰਿਆਂ ਦੇ ਕੋਲੇ ਜਾ ਕੇ ਹੱਥ ਟੱਡਣੇ ਪੈਂਦੇ ਹੈ। ਅਤੇ ਜੇ ਕੈਂਡੀਡੇਟ ਬਣਨਾ ਹੈ ਤਾਂ ਫਿਰ ਇਹਦੇ 'ਚ ਘੁੰਡ ਨਹੀਂ ਰੱਖਣਾ ਚਾਹੀਦਾ। ਮੰਗਤੇ ਨੂੰ ਮੰਗਣਾ ਪੈਂਦਾ ਹੈ, ਸਲਾਹ ਦੇਣੀ ਪੈਂਦੀ ਹੈ, ਮੈਂ ਕਿਉਂ ਖੜ੍ਹਾ ਹੈਗਾ ਅਤੇ ਮੈਂ ਕੀ ਕਰੂੰਗਾ। ਅਤੇ ਇਸ ਤਰ੍ਹਾਂ ਮੈਨੂੰ ਹੁਣ ਸਾਰਿਆਂ ਦੇ ਕੋਲੇ ਹੱਥ ਟੱਡ ਕੇ ਜਾਣਾ ਪਊਗਾ। ਸੁਖਬੀਰ ਬਾਦਲ ਹੋਰਾਂ ਕੋਲੇ ਜਾਂ ਅਕਾਲੀ ਦਲ ਕੋਲੇ ਜਾਓਗੇ? ਸਾਰਿਆਂ ਕੋਲੇ ਜਾਣਾ ਪਊਗਾ। ਜਿਹੜਾ ਮੰਗਤਾ ਹੁੰਦਾ ਹੈ ਉਹ ਨਹੀਂ ਦੇਖਦਾ ਕਿ ਕਾਰ 'ਚ ਫਲਾਣਾ ਬੈਠਾ ਜਾਂ ਢਾਂਗੜਾ ਬੈਠਾ। ਤੁਹਾਨੂੰ ਲੱਗਦਾ ਇਸ ਟਾਈਮ ਪੰਥਕ ਏਕਤਾ ਦੀ ਲੋੜ ਹੈ? ਸ਼ਾਇਦ ਸਿੱਖ ਕੌਮ ਨੂੰ ਪਤਾ ਲੱਗ ਗਿਆ ਕਿ ਇਹ ਜੇ ਅਸੀਂ ਇਸ ਤਰ੍ਹਾਂ ਰਹੇ ਤਾਂ ਸਾਡਾ ਇਹ ਸੈਂਟਰ ਅਤੇ ਇਹਨਾਂ ਦੇ ਨਾਲ ਜਿਹੜੀਆਂ ਪਾਰਟੀਆਂ ਚੱਲਦੀਆਂ ਸਾਡਾ ਬੁਰਾ ਹਾਲ ਕਰਨਗੀਆਂ। ਤੁਸੀਂ ਅੱਜ ਇਹ ਮੰਨਦੇ ਹੋ ਕਿ ਪੰਥਕ ਏਕਤਾ ਹੋਵੇ, ਸੰਗਰੂਰ ਸੀਟ ਤੋਂ ਪੰਥ ਦਾ ਇੱਕੋ ਲੀਡਰ ਹੋਵੇ, ਇੱਕੋ ਕੈਂਡੀਡੇਟ ਹੋਵੇ ਪੂਰੇ ਪੰਥ ਦਾ, ਪੰਥਕ ਧਿਰਾਂ ਦਾ, ਸਾਰੀਆਂ ਦਾ, ਜਿਹ 'ਚ ਆਪਦੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਵੀ ਗਿਣਦਾ, ਜਿਹਦੇ 'ਚ ਹੋਰ ਵੀ ਪੰਥਕ ਧਿਰਾਂ ਨੇ? ਫਾਇਦਾ ਤਾਂ ਹੀ ਹੈ ਉਸ ਕੈਂਡੀਡੇਟ ਨੂੰ ਜੇ ਸਾਰੇ ਅਸੀਂ ਇਕੱਠੇ ਹੋ ਕੇ ਲੜਾਂਗੇ। ਜੇ ਅਲੱਗ-ਅਲੱਗ ਲੜੇ ਫਿਰ ਉਹਦਾ ਫਾਇਦਾ ਨਹੀਂ ਹੋਣਾ, ਓਪੋਜੀਸ਼ਨ ਨੂੰ ਉਹਦਾ ਫਾਇਦਾ ਹੋ ਜਾਊਗਾ। ਤੁਸੀਂ ਮੰਨਦੇ ਹੋ ਇਹ ਕਿ ਤੁਸੀਂ ਉਹ ਕੈਂਡੀਡੇਟ ਹੋ, ਤੁਹਾਨੂੰ ਸਪੋਰਟ ਕਰਨ ਸਾਰੇ? ਪਰ ਜਦੋਂ ਮੈਨੂੰ ਮੇਰੀ ਪਾਰਟੀ ਨੇ ਡਿਕਲੇਅਰ ਕਰਤਾ ਮੇਰੇ ਕੋਲ ਕੋਈ ਹੋਰ ਤੁਸੀਂ ਤਾਂ ਮੈਂ ਵੀ ਕਹਿ ਰਿਹਾ ਨਹੀਂ, ਤੁਸੀਂ ਤਾਂ ਕੈਂਡੀਡੇਟ ਹੁਣ ਬਣ ਗਏ, ਕਿ ਤੁਸੀਂ ਕਹੋਗੇ ਬਾਕੀ ਪਾਰਟੀਆਂ ਨੂੰ ਕਿ ਤੁਸੀਂ ਆਪਣੇ ਉਮੀਦਵਾਰ ਨਾ ਐਲਾਨੋ? ਮੈਂ ਕਿਹਾ ਮੈਂ ਤਾਂ ਆਪਣੇ ਹੱਥ ਟੱਡ ਕੇ ਸਾਰਿਆਂ ਨੂੰ ਮੰਗੂਗਾ ਕਿ ਜੀ ਮੈਨੂੰ ਹੈਲਪ ਕਰੋ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਇਹ ਬੇਨਤੀ ਕਰ ਸਕਦੇ ਹੋ ਕਿਉਂਕਿ ਉਹ ਪੰਥਕ ਏਕਤਾ ਦੀ ਗੱਲ ਕਰਦੇ ਰਹੇ ਨੇ। ਜਦੋਂ ਮੈਂ ਕਿਹਾ ਕਿ ਸਾਰਿਆਂ ਦੇ ਕੋਲੇ ਮੈਨੂੰ ਹੱਥ ਟੱਡਣੇ ਪੈਣੇ ਆ, ਜੇ ਮੈਂ ਕੈਂਡੀਡੇਟ ਐਤਕੀ ਸੰਗਰੂਰ ਤੋਂ ਹੋਵਾਂਗਾ ਮੈਨੂੰ ਸਾਰਿਆਂ ਕੋਲੇ ਤੁਹਾਡੇ ਕੋਲੇ ਵੀ ਜਾਣਾ ਪਊਗਾ। ਜਥੇਦਾਰ ਸਾਹਿਬ ਦਾ ਇੱਕ ਬਿਆਨ ਆਇਆ, ਤੁਸੀਂ ਹੁਣੇ ਬਰੂਦ ਦੀ ਸਾਰੇ ਕਾਸ ਦੀ ਗੱਲ ਕਰ ਰਹੀ ਸੀ ਕਿ ਹਰ ਸਿੱਖ ਕੋਲੇ ਲਾਇਸੈਂਸੀ ਹਥਿਆਰ ਹੋਣਾ ਚਾਹੀਦਾ, ਤੁਸੀਂ ਇਤਫਾਕ ਰੱਖਦੇ ਹੋ ਇਸ ਗੱਲ? ਸਾਡੇ ਗੁਰੂ ਸਾਹਿਬ ਕਹਿੰਦੇ ਆ ਭਜਨ ਬੰਦਗੀ ਨੂੰ ਤਾਂ ਹੀ ਤੁਸੀਂ ਸਾਂਭੋਗੇ ਜੇ ਸਰੀਰਕ ਤੌਰ 'ਤੇ ਮਿਲਟਰੀ ਤੌਰ 'ਤੇ ਤੁਸੀਂ ਤਕੜੇ ਹੋਵੋਗੇ, ਨਹੀਂ ਤਾਂ ਤੁਹਾਨੂੰ ਭਜਨ ਬੰਦਗੀ ਦੇ ਵਿੱਚ ਕੋਈ ਕਰਨ ਹੀ ਨਹੀਂ ਦਊਗਾ ਅਤੇ ਤੁਹਾਨੂੰ ਜਬਰਨ ਆਪਣੇ ਮਜ਼ਹਬ ਦੇ ਵਿੱਚ ਮਿਲਾ ਦਊਗਾ। ਜਿਵੇਂ ਬਾਹਮਣਾਂ ਦੇ ਇਹ ਜਨੇਊ ਸੀਗੇ, ਮੁਗਲ ਹਕੂਮਤ ਲਾ ਕੇ ਉਹਨਾਂ ਨੂੰ ਮੁਸਲਮਾਨ ਬਣਾ ਰਹੀ ਸੀਗੀ। 77 ਸਾਲ ਦੀ ਉਮਰ ਹੈ ਪਰ ਇੱਕ ਜਿੱਦ ਹੈ ਕਿ ਆਪਣੇ ਲੋਕਾਂ 'ਚ ਜ਼ਰੂਰ ਜਾਣਾ ਹੈ, ਚਾਹੇ ਉਹ ਹਰ ਵਾਰ ਹਰਾ ਕੇ ਭੇਜ ਦੇਣ। ਪ੍ਰੋ ਪੰਜਾਬ ਟੀਵੀ 'ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਜ਼ਿਕਰ ਕਰ ਰਹੇ ਹਾਂ ਸਿਮਰਨਜੀਤ ਸਿੰਘ ਮਾਨ ਦਾ, ਜਿਹੜੇ ਅਮਰਗੜ੍ਹ ਤੋਂ ਚੋਣ ਲੜੇ, ਹਾਰ ਗਏ। ਉਸ ਤੋਂ ਪਹਿਲਾਂ ਵੀ ਚੋਣਾਂ ਹਾਰਦੇ ਨੇ ਪਰ ਕਹਿੰਦੇ ਨੇ ਮੇਰੀ ਕੌਮ ਹੀ ਮੈਨੂੰ ਹਰਾਉਂਦੀ ਹੈ, ਮੈਂ ਆਪਣੀ ਕੌਮ ਕੋਲ ਦੁਬਾਰਾ ਜਾਂਦਾ ਰਹਾਂਗਾ। ਸੰਗਰੂਰ ਤੋਂ ਚੋਣ ਲੜਨਗੇ ਲੋਕ ਸਭਾ। ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ ਕਿਵੇਂ ਦੇਖ ਰਹੇ ਨੇ ਸਿਮਰਨਜੀਤ ਮਾਨ ਮੌਜੂਦਾ ਰਾਜਨੀਤੀ ਨੂੰ, ਆਪਣੀ ਹਾਰ ਤੋਂ ਬਾਅਦ ਉਹ ਮੈਂਟਲੀ ਕਿਸ ਤਰ੍ਹਾਂ ਨੇ। ਔਰ ਮੈਂ ਆ ਕੇ ਉਹਨਾਂ ਨਾਲ ਗੱਲ ਹੀ ਕਰ ਰਿਹਾ ਸੀ, ਕਿੰਨੀ ਉਮਰ ਹੋ ਗਈ? 77 ਸਾਲ ਉਮਰ ਹੋ ਗਈ, ਨੇੜੇ ਹੀ ਲੱਗੇ ਹੋਏ ਆ। ਮਾਨ ਸਾਹਿਬ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ ਸਰ ਸਾਹਿਬ ਤੁਹਾਡੀ। ਮਾਨ ਸਾਹਿਬ ਤੁਸੀਂ ਤਾਂ ਫਿੱਟ ਹੋ, ਤੁਸੀਂ ਕਹਿੰਦੇ ਹੋ ਨੇੜੇ ਹੀ ਲੱਗਿਆ ਪਿਆ ਕੰਮ। ਆਪਾਂ ਗੱਲਾਂ ਕਰ ਰਹੇ ਸੀ, ਮੈਂ ਪੁੱਛਿਆ ਮਾਨ ਸਾਹਿਬ ਕਿੰਨੀ ਉਮਰ ਹੋ ਗਈ, ਤੁਸੀਂ ਕਿਹਾ ਇਸ ਉਮਰ ਤੋਂ ਬਾਅਦ ਫਿਰ ਨੇੜੇ ਹੀ ਹੁੰਦਾ ਇਹ। ਹੁਣ ਕਿਹੜਾ ਇਹ ਹਾਂ ਨੇੜੇ ਹੀ ਹੁੰਦਾ ਫਿਰ। ਨਹੀਂ ਐ ਵੱਡੇ ਬਾਦਲ ਸਾਹਿਬ, ਹੋਰ ਕਿੰਨੇ ਪੋਲੀਟੀਸ਼ੀਅਨ ਨੇ ਜਿਨ੍ਹਾਂ ਦੀ ਉਮਰ ਅਜੇ ਕਾਫੀ ਆ, ਕਾਂਗਰਸ 'ਚ ਵੀ ਨੇ, ਅਕਾਲੀ ਦਲ 'ਚ ਵੀ ਨੇ। ਹਾਂ ਠੀਕ ਹੈ, ਪਰ ਬੰਦੇ ਨੂੰ ਕੋਈ ਕੰਮ ਕਰਨਾ ਚਾਹੀਦਾ ਹੈ, ਕੋਈ ਕੌਮ ਦੇ ਲਈ ਸਵਾਰਨਾ ਚਾਹੀਦਾ ਹੈ, ਲੋਕਾਂ ਦੇ ਲਈ ਸਵਾਰਨਾ ਚਾਹੀਦਾ ਹੈ, ਕੋਈ ਨਾ ਕੋਈ ਤਾਂ ਕੰਮ ਕਰਨਾ ਚਾਹੀਦਾ। ਸਿਰਫ ਗੱਦੀ ਮੱਲ ਕੇ ਉਮਰ ਹੰਢਾ ਲੈਣੀ ਮੈਂ ਤਾਂ ਨਹੀਂ ਸਮਝਦਾ ਕਿ ਇਹ ਕੋਈ ਠੀਕ ਗੱਲ ਹੈ। ਇਲੈਕਸ਼ਨ ਤੁਸੀਂ ਹਾਰ ਜਾਂਦੇ ਹੋ, ਬਹੁਤ ਸਾਰੀਆਂ ਇਲੈਕਸ਼ਨਾਂ ਹਾਰੀਆਂ ਤੁਸੀਂ, ਕੁਝ ਜਿੱਤੀਆਂ ਵੀ, 2 ਜਿੱਤੀਆਂ ਨੇ ਸ਼ਾਇਦ। ਹਾਂਜੀ 2 ਜਿੱਤੀਆਂ, ਜ਼ਿਆਦਾਤਰ ਇਲੈਕਸ਼ਨਾਂ ਤੁਸੀਂ ਹਾਰੇ ਹੋ। ਹਰ ਵਾਰ ਤੁਸੀਂ ਤਿਆਰ ਹੁੰਦੇ ਹੋ, ਪਰ ਹੁਣ ਫਿਰ ਤਿਆਰ ਹੋ ਸੰਗਰੂਰ ਤੋਂ ਚੋਣ ਲੜਨ ਲਈ? ਉਹ ਇਸ ਤਰ੍ਹਾਂ ਹੈ ਕਿ ਮੈਂ ਆਪਣੇ ਲਈ ਨਹੀਂ ਲੜਦਾ, ਮੈਂ ਆਪਣੀ ਕੌਮ ਦੇ ਲਈ ਲੜਦਾ ਹਾਂ ਕਿ ਸਾਡੀ ਕੌਮ
ਆਜ਼ਾਦ ਹੋਵੇ ਅਤੇ ਜਮਹੂਰੀਅਤ ਪਸੰਦ ਤਰੀਕੇ ਦੇ ਨਾਲ ਅਸੀਂ ਵੋਟਾਂ ਦੇ ਨਾਲ ਉੱਤੇ ਆਈਏ। ਅਤੇ ਜੇ ਮੈਂ ਆਪਣੇ ਲਈ ਨਹੀਂ ਲੜਦਾ, ਕੌਮ ਦੇ ਲਈ ਲੜਦਾ, ਫਿਰ ਜੇ ਮੈਂ ਹਾਰਦਾ ਮੈਨੂੰ ਨਿਰਾਸ਼ਤਾ ਨਹੀਂ ਕਦੇ ਹੁੰਦੀ। ਮੈਂ ਅਗਲੇ ਦਿਨ ਫਿਰ ਲੋਕਾਂ ਦੇ ਕੋਲੇ ਉਹੀ ਆਜ਼ਾਦੀ ਦਾ ਏਜੰਡਾ ਲੈ ਕੇ ਚਲਿਆ ਜਾਂਦਾ। ਜਦ ਕਿ ਜਿਹੜੇ ਦੂਜੇ ਲੋਕ ਹੈਗੇ ਆਪਣੇ ਲਈ ਲੜਦੇ ਹੈ, ਉਹ ਫਿਰ 6-6 ਮਹੀਨੇ ਮੰਜੇ ਤੋਂ ਨਹੀਂ ਉੱਠਦੇ ਹੈਗੇ। ਸੋ ਜਦੋਂ ਮੈਂ ਆਪਣੇ ਲਈ ਲੜਦਾ ਹੀ ਨਹੀਂ ਤਾਂ ਫਿਰ ਮੈਨੂੰ ਗਮੀ ਕਾਹਦੀ ਹੋਣੀ ਚਾਹੀਦੀ ਹੈ? ਮੈਨੂੰ ਕੋਈ ਗਮੀ ਨਹੀਂ ਹੁੰਦੀ। ਉਸੇ ਤਰ੍ਹਾਂ ਹੀ ਅਗਲਾ ਦਿਨ ਚੜ੍ਹ ਜਾਂਦਾ, ਜਿਵੇਂ ਹਾਰੀਏ ਜਾਂ ਜਿੱਤੀਏ ਕੋਈ ਫਰਕ ਨਹੀਂ ਪੈਂਦਾ ਮੈਨੂੰ। ਫਿਰ ਤੁਸੀਂ ਚੋਣਾਂ ਲੜਦੇ ਕਿਉਂ? ਕਿਉਂਕਿ ਪੰਜਾਬ 'ਚ ਇੱਕ ਸਮਝ ਰਹੀ ਹੈ ਖਾਲਿਸਤਾਨੀ ਧਿਰਾਂ ਦੀ, ਜਿਹੜੀਆਂ ਚੋਣਾਂ ਦਾ ਬਾਈਕਾਟ ਕਰਦੀਆਂ, ਜਿਹੜੇ ਕਹਿੰਦੇ ਆ ਕਿ ਇਹ ਡੈਮੋਕ੍ਰੇਸੀ ਫੇਕ ਹੈ, ਇਹ ਫੇਕ ਡੈਮੋਕ੍ਰੇਸੀ, ਚੋਣਾਂ ਜਿੱਤ ਵੀ ਜਾਓਗੇ ਕਸ਼ਮੀਰ ਵਾਲਾ ਹਾਲ ਹੋਊਗਾ ਜਾਂ ਕੋਈ ਹੋਰ ਹਾਲ ਹੋ ਜਾਊਗਾ, ਕਿਸੇ ਨੇ ਨਹੀਂ ਪੁੱਛਣਾ। ਕਿਉਂ ਲੜਦੇ ਹੋ ਚੋਣਾਂ? ਚੋਣਾਂ ਇੰਟਰਨੈਸ਼ਨਲ ਲਾਅ ਦੇ ਮੁਤਾਬਕ ਲੜਨੀਆਂ ਬਹੁਤ ਜ਼ਰੂਰੀ ਨੇ, ਅਤੇ ਕਿਉਂ ਕਰਕੇ ਅਸੀਂ ਹਥਿਆਰਬੰਦ ਜੰਗ ਅਜੇ ਨਹੀਂ ਕਰ ਸਕਦੇ। ਫਿਰ ਜੇ ਅਸੀਂ ਆਜ਼ਾਦੀ ਲੈਣੀ ਹੈ, ਫਿਰ ਇਹ ਤਰੀਕਾ ਹੈ ਕਿ ਅਸੀਂ ਜਮਹੂਰੀਅਤ ਪਸੰਦ ਤਰੀਕੇ ਦੇ ਨਾਲ, ਅਮਨ ਪਸੰਦ ਤਰੀਕੇ ਦੇ ਨਾਲ ਆਪਣੀ ਆਵਾਜ਼ ਉਠਾਈਏ। ਸਾਡੀ ਕੌਮ ਦੀ ਕੋਈ ਹੋਰ ਕੰਟਰੀ ਨਹੀਂ ਹੈ। ਜਿਵੇਂ ਕਸ਼ਮੀਰੀਆਂ ਦੇ ਨਾਲ ਕਿੰਨੇ ਮੁਲਕ ਮੁਸਲਮਾਨਾਂ ਦੇ ਲੱਗਦੇ ਹੈ, ਅਤੇ ਇੱਧਰ ਬੰਗਾਲ 'ਚ ਚਲੇ ਜਾਓ, ਇੰਡੋਨੇਸ਼ੀਆ 'ਚ ਚਲੇ ਜਾਓ, ਹੋਰ ਕਿਤੇ ਚਲੇ ਜਾਓ, ਮਲੇਸ਼ੀਆ 'ਚ, ਇਹ ਸਾਰੇ ਇਸਲਾਮਿਕ ਮੁਲਕ ਨੇ। ਅਤੇ ਸਾਡਾ ਮੁਲਕ ਹੈ ਨਹੀਂ ਜਿੱਥੇ ਅਸੀਂ ਜੇ ਲੜਾਈ ਅਸੀਂ ਸ਼ਸਤਰਾਂ ਦੀ ਸ਼ੁਰੂ ਕਰ ਦਈਏ। ਸਾਡੇ ਕੋਲੇ ਕੋਈ ਮੁਲਕ ਨਹੀਂ ਜਿਹੜਾ ਸਾਡੀ ਇਮਦਾਦ ਕਰੂਗਾ। ਸੋ ਅੱਜ ਦੇ ਦਿਹਾੜੇ ਬੰਦੂਕ ਦਾ ਯੁੱਧ ਕਰਨਾ ਸਿੱਖ ਕੌਮ ਦੇ ਫਾਇਦੇ 'ਚ ਨਹੀਂ ਹੈ। ਪਰ ਮੈਂ ਇਹ ਨਹੀਂ ਕਹਿੰਦਾ ਕਿ ਜਿਹੜਾ ਬੰਦੂਕ ਦਾ ਜੰਗ ਹੁੰਦਾ ਹੈ ਉਹ ਸਿੱਖ ਕੌਮ ਨੂੰ ਸੂਟ ਨਹੀਂ ਕਰਦਾ, ਕਿਉਂ ਕਰਕੇ ਸਾਡੇ ਗੁਰੂ ਸਾਹਿਬ ਨੇ ਕਿਹਾ ਸ਼ਸਤਰੋਂ ਕੇ ਅਧੀਨ ਹੈ ਰਾਜ। ਅਸੀਂ ਸ਼ਸਤਰਾਂ ਦੀ ਵੀ ਪੂਜਾ ਕਰਦੇ ਹਾਂ। ਜਦੋਂ ਤੁਸੀਂ ਕਿਸੇ ਵੀ ਤਖਤ ਸਾਹਿਬ 'ਤੇ ਜਾਂਦੇ ਹੋ, ਅਨੰਦਪੁਰ ਸਾਹਿਬ 'ਤੇ ਜਾਂ ਅਕਾਲ ਤਖਤ ਸਾਹਿਬ 'ਤੇ, ਦਮਦਮਾ ਸਾਹਿਬ 'ਤੇ, ਪਟਨਾ ਸਾਹਿਬ 'ਤੇ, ਹਜ਼ੂਰ ਸਾਹਿਬ 'ਤੇ, ਜਦੋਂ ਤੁਸੀਂ ਮੱਥਾ ਟੇਕਦੇ ਹੋ, ਤੁਸੀਂ ਮੱਥਾ ਟੇਕਦੇ ਹੋ ਸ਼ਸਤਰਾਂ ਨੂੰ। ਗੁਰੂ ਗ੍ਰੰਥ ਸਾਹਿਬ ਜਿਵੇਂ ਤੁਹਾਡੀ ਦੂਰ ਬੈਠੇ ਆ, ਥੋੜ੍ਹੀ ਜਿਹੀ ਦੂਰ, ਉੱਥੇ ਬਿਰਾਜਮਾਨ ਹੁੰਦੇ ਆ। ਸੋ ਸਿੱਖ ਸ਼ਸਤਰਾਂ ਨੂੰ ਅਹਿਮ ਸਮਝਦੇ ਹੈ, ਅਤੇ ਸਾਡੀ ਲੜਾਈ ਵੀ ਸ਼ਸਤਰਾਂ ਦੇ ਨਾਲ ਹੀ ਪੁਰਾਣੇ ਜ਼ਮਾਨੇ 'ਚ ਹੋਈ ਹੈ। ਅਤੇ ਹੁਣ ਜੇ ਆਪਾਂ ਕਰਾਂਗੇ, ਸਾਡੇ ਕੋਲ ਕੋਈ ਲੁਕਣ ਦੀ ਜਗ੍ਹਾ ਹੈ ਨਹੀਂ ਗੀ, ਸਾਡੇ ਕੋਲ ਪਹਾੜ ਹੈ ਨਹੀਂ ਗੇ, ਜੰਗਲ ਹੈ ਨਹੀਂ ਗੇ। ਸਾਡੀ ਲੋਕ ਸੰਗਤ ਹੁੰਦੀ ਸੀਗੀ, ਪਰ ਉਹ ਵੀ ਸੈਂਟਰ ਨੇ ਸਾਡੇ ਵਿੱਚ ਘੁਸ ਬੈਠੀਏ ਵਾੜ ਕੇ ਸਾਡੀ ਸੰਗਤ ਨੂੰ ਖਰਾਬ ਕਰਤਾ, ਕਿਉਂ ਕਰਕੇ ਉਹ ਉੱਥੇ ਰਹਿ ਕੇ ਖਰਾਬ ਕੰਮ ਘਰਾਂ ਦੇ ਵਿੱਚ ਕਰਨ ਲੱਗ ਪਏ ਸੀ। ਜਿੱਥੋਂ ਲੋਕਾਂ ਨੂੰ ਪਤਾ ਲੱਗਿਆ, ਜਿਹੜੇ ਪਨਾਹ ਦਿੰਦੇ ਸੀਗੇ, ਕਿ ਇਹ ਲੋਕ ਠੀਕ ਨਹੀਂ ਹੈਗੇ, ਜਦ ਕਿ ਉਹ ਜਿਹੜੇ ਲੜਦੇ ਸੀਗੇ ਬਿਲਕੁਲ ਠੀਕ ਸੀਗੇ, ਪਰ ਜਿਹੜੇ ਵਿੱਚ ਇਨਫਿਲਟਰੇਟ ਕਰਤੇ ਸਾਡੀ ਜੰਗ ਦੇ ਵਿੱਚ, ਉਹਨਾਂ ਨੇ ਖਰਾਬੀਆਂ ਬਹੁਤ ਕੀਤੀਆਂ। ਪਰ ਉਦੋਂ ਵੀ ਤੁਸੀਂ ਉਸ ਪੋਜੀਸ਼ਨ ਦਾ, ਜੰਗ ਦੀ ਉਸ ਪੋਜੀਸ਼ਨ ਦੇ ਨਾਲ ਤਾਂ ਨਹੀਂ ਰਹੇ ਤੁਸੀਂ, ਯਾਨੀ ਹਥਿਆਰਬੰਦ ਘੋਲ ਦੇ ਨਾਲ, ਹਥਿਆਰਬੰਦ ਅੰਦੋਲਨ ਨਾਲ ਤੁਸੀਂ ਤਾਂ ਇਤਫਾਕ ਰੱਖਦੇ ਰਹੇ ਹੋ, ਤੁਸੀਂ ਉਦੋਂ ਨਾਲ ਨਹੀਂ ਸੀ? ਨਹੀਂ, ਮੈਂ ਨਹੀਂ ਸੀ, ਪਰ ਐਂ ਵੀ ਮੈਂ ਕਦੇ ਨਹੀਂ ਕਿਹਾ ਕਿ ਮੈਂ ਇਸ ਨੂੰ ਸਪੋਰਟ ਨਹੀਂ ਕਰਦਾ ਹੈਗਾ, ਕਿਉਂ ਕਰਕੇ ਦੋਨੋਂ ਅਮਨ ਪਸੰਦ ਤਰੀਕੇ ਦੇ ਨਾਲ, ਸ਼ਸਤਰਾਂ ਦੇ ਨਾਲ ਸਿੱਖ ਕੌਮ ਦਾ ਲੜਾਈ ਜਾਇਜ਼ ਹੁੰਦੀ ਹੈ। ਜਿਵੇਂ ਤੁਸੀਂ ਕਿਹਾ ਕਿ ਜਦੋਂ ਕੋਈ ਟਾਈਮ ਹੋਏਗਾ, ਜਦੋਂ ਟਾਈਮ ਸੀ ਉਦੋਂ ਲੜੇ, ਜਦੋਂ ਟਾਈਮ ਸੀ ਲੜੇ, ਹਥਿਆਰਬੰਦ ਘੋਲ ਲੜਿਆ ਗਿਆ, ਤੁਸੀਂ ਉਹਦੇ ਨਾਲ ਪ੍ਰਿੰਸੀਪਲੀ ਐਗਰੀ ਨਹੀਂ ਕਰਦੇ ਸੀ ਕਿ ਨਹੀਂ ਇਹ ਰਾਹ ਠੀਕ ਨਹੀਂ ਆ, ਵੋਟਾਂ ਦਾ ਰਾਹ ਠੀਕ ਹੈ? ਕਿਉਂ ਕਰਕੇ ਮੈਂ ਪਾਰਲੀਮੈਂਟ 'ਚੋਂ ਚੁਣ ਕੇ ਆਇਆ ਸੀਗਾ। ਮੇਰਾ ਮਤਲਬ ਸੀਗਾ ਕਿ ਪ੍ਰਚਾਰ ਕਰਨਾ ਅਤੇ ਲੋਕਾਂ ਨੂੰ ਰਾਹਤ ਦੇਣੀ, ਫੌਜ ਤੋਂ, ਪੁਲਿਸ ਤੋਂ ਬਚਾਉਣਾ ਅਤੇ ਜ਼ੁਲਮ ਤੋਂ ਬਚਾਉਣਾ।
ਤੇ ਮੈਂ ਤਾਂ ਰਾਤ ਦੇ 12-12 1-1 ਵਜੇ ਇਹ ਇਲਾਕਿਆਂ 'ਚ ਫਿਰਦਾ ਰਿਹਾ ਜਿੱਥੇ ਕੋਈ ਰਾਤ ਨੂੰ ਸਰਕਾਰ ਦੀ ਵੀ ਜੀਪ ਨਹੀਂ ਸੀ ਜਾਂਦੀ ਹੁੰਦੀ। ਪਰ ਮੈਨੂੰ ਕਦੇ ਕਿਸੇ ਨੇ ਰੋਕਿਆ ਨਹੀਂ, ਨਾ ਮੈਨੂੰ ਕੁਛ ਕਿਹਾ ਕਿ ਜਿਵੇਂ ਇੱਕ ਰੈਫਰੀ ਹੁੰਦਾ ਹੈ, 2 ਟੀਮਾਂ ਹੁੰਦੀਆਂ ਪਰ ਰੈਫਰੀ ਦੇ ਗੱਲ ਤਾਂ ਨਹੀਂ ਨਾ ਕੋਈ ਪੈਂਦਾ ਹੁੰਦਾ। ਇਸ ਤਰ੍ਹਾਂ ਮੇਰੇ ਗੱਲ ਨਾ ਸਰਕਾਰ ਪੈਂਦੀ ਸੀ, ਨਾ ਇਹ ਜੁਝਾਰੂ ਪੈਂਦੇ ਸੀਗੇ, ਮੈਨੂੰ ਕੱਢ ਦਿੰਦੇ ਸੀਗੇ ਵਿੱਚੋਂ ਦੀ। ਮਾਨ ਸਾਹਿਬ, ਸੰਗਰੂਰ ਸੀਟ ਤੋਂ ਹੁਣ ਤੁਸੀਂ ਚੋਣ ਲੜ ਰਹੇ ਹੋ, ਬਹੁਤ ਸਾਰੀ ਚਰਚਾ ਚੱਲਦੀ ਹੈ ਕਿ ਸਾਰੀਆਂ ਪੰਥਕ ਧਿਰਾਂ ਤੁਹਾਨੂੰ ਸਪੋਰਟ ਕਰਦੇ ਨੇ। ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਮੈਂ ਸਿਮਰਨਜੀਤ, ਮੈਂ ਤੁਹਾਡਾ ਵੀ ਇੰਟਰਵਿਊ ਕੀਤਾ, ਮੈਂ ਸੁਖਬੀਰ ਬਾਦਲ ਦਾ ਇੱਕ ਇੰਟਰਵਿਊ ਕੀਤਾ ਸੀ ਚੋਣਾਂ 'ਚ। ਉਹਨਾਂ ਨੇ ਕਿਹਾ ਸੀਗਾ ਕਿ ਮਾਨ ਸਾਹਿਬ ਬੜੇ ਇੰਟਰਸਟਿੰਗ ਬੰਦੇ ਨੇ, ਕਦੇ ਮੌਕਾ ਮਿਲਿਆ ਮਿਲਾਂਗੇ। ਉਦੋਂ ਬਹੁਤ ਵੱਡਾ ਝਟਕਾ ਲੱਗ ਗਿਆ ਅਕਾਲੀ ਦਲ ਨੂੰ। ਹੁਣ ਤੁਸੀਂ ਇਕੱਠੇ ਵੀ ਸੀਗੇ ਜਿੱਦਣ ਬੰਦੀ ਸਿੰਘਾਂ ਵਾਲਾ ਮਸਲਾ ਸੀਗਾ। ਕੀ ਸੋਚਦੇ ਹੋ ਤੁਸੀਂ? ਇਸ ਤਰ੍ਹਾਂ ਜਿਹੜਾ ਕੈਂਡੀਡੇਟ ਹੁੰਦਾ ਹੈ ਉਹ ਮੰਗਤਾ ਹੁੰਦਾ, ਉਸ ਨੂੰ ਸਾਰਿਆਂ ਦੇ ਕੋਲੇ ਜਾ ਕੇ ਹੱਥ ਟੱਡਣੇ ਪੈਂਦੇ ਹੈ। ਅਤੇ ਜੇ ਕੈਂਡੀਡੇਟ ਬਣਨਾ ਤਾਂ ਫਿਰ ਇਹਦੇ 'ਚ ਘੁੰਡ ਨਹੀਂ ਰੱਖਣਾ ਚਾਹੀਦਾ, ਕਿਉਂ ਕਰਕੇ ਮੰਗਤੇ ਨੂੰ ਮੰਗਣਾ ਪੈਂਦਾ, ਸਲਾਹ ਦੇਣੀ ਪੈਂਦੀ ਹੈ, ਮੈਂ ਕਿਉਂ ਖੜ੍ਹਾ ਹੈਗਾ ਅਤੇ ਮੈਂ ਕੀ ਕਰੂੰਗਾ। ਅਤੇ ਇਸ ਤਰ੍ਹਾਂ ਮੈਨੂੰ ਹੁਣ ਸਾਰਿਆਂ ਦੇ ਕੋਲੇ ਹੱਥ ਟੱਡ ਕੇ ਜਾਣਾ ਪਊਗਾ। ਸੁਖਬੀਰ ਬਾਦਲ ਹੋਰਾਂ ਕੋਲੇ ਜਾਂ ਅਕਾਲੀ ਦਲ ਕੋਲੇ ਜਾਓਗੇ? ਸਾਰਿਆਂ ਕੋਲੇ ਜਾਣਾ ਪਊਗਾ। ਜਿਹੜਾ ਮੰਗਤਾ ਹੁੰਦਾ ਹੈ ਉਹ ਨਹੀਂ ਦੇਖਦਾ ਕਿ ਕਾਰ 'ਚ ਫਲਾਣਾ ਬੈਠਾ ਜਾਂ ਧਾਂਗੜਾ ਬੈਠਾ, ਸਾਰੀਆਂ ਕਾਰਾਂ ਦਾ ਗੇੜਾ ਕੱਢ ਲੈਂਦਾ ਹੈਗਾ ਹੱਥ ਕੱਢ ਕੇ ਕਿ ਮੈਨੂੰ ਪੈਸਾ ਦਿਓ। ਤੁਹਾਨੂੰ ਲੱਗਦਾ ਇਸ ਟਾਈਮ ਪੰਥਕ ਏਕਤਾ ਦੀ ਲੋੜ ਹੈ? ਕਿਉਂਕਿ ਜਿਸ ਹਿਸਾਬ ਨਾਲ ਅਕਾਲੀ ਦਲ ਵੀ ਬਿਲਕੁਲ ਡੀਰੇਲ ਹੋ ਗਿਆ, ਕਾਂਗਰਸ ਵੀ ਡੀਰੇਲ ਹੋ ਗਈ, ਆਮ ਆਦਮੀ ਪਾਰਟੀ ਪੰਜਾਬ ਦੇ ਉੱਤੇ ਰਾਜ ਕਰ ਰਹੀ ਹੈ। ਮੇਰਾ ਖਿਆਲ ਹੁਣ ਸ਼ਾਇਦ ਸਿੱਖ ਕੌਮ ਨੂੰ ਪਤਾ ਲੱਗ ਗਿਆ ਕਿ ਇਹ ਜੇ ਅਸੀਂ ਇਸ ਤਰ੍ਹਾਂ ਰਹੇ, ਸਾਡੀ ਨੁਮਾਇੰਦਗੀ ਜਮਹੂਰੀਅਤ ਢਾਂਚੇ ਦੇ ਨਾਲ ਨਾ ਹੋਈ ਤਾਂ ਸਾਡਾ ਇਹ ਸੈਂਟਰ ਅਤੇ ਇਹਨਾਂ ਦੇ ਨਾਲ ਜਿਹੜੀਆਂ ਪਾਰਟੀਆਂ ਚੱਲਦੀਆਂ ਸਾਡਾ ਬੁਰਾ ਹਾਲ ਕਰਨਗੀਆਂ, ਕਿਉਂ ਕਰਕੇ ਸੈਂਟਰ ਨੂੰ ਕਦੇ ਵੀ ਸਿੱਖ ਕੌਮ ਦੇ ਵਿਸ਼ਵਾਸ ਨਹੀਂ ਹੋਇਆ। ਹੁਣ ਤੁਸੀਂ ਦੇਖਦੇ ਹੋ ਕਿ ਰੋਜ਼ ਦਿਹਾੜੀ ਕੋਈ ਅਸਲਾ ਫੜਿਆ ਜਾਂਦਾ ਹੈ, ਬਰੂਦ ਫੜਿਆ ਜਾਂਦਾ ਹੈ, ਹੈਰੋਇਨ ਫੜੀ ਜਾਂਦੀ ਹੈ, ਫੀਮ ਫੜੀ ਜਾਂਦੀ ਹੈ। ਇਹ ਕੰਮ ਰੋਕਣ ਦਾ BSF ਦਾ, ਪਰ BSF ਨੂੰ ਹਟਾ ਕੇ ਆਪਣੇ ਕੰਮ ਤੋਂ ਸੈਂਟਰ ਨੇ ਉਹਨਾਂ ਦੀ ਹਦੂਦ ਬਾਰਡਰ ਤੋਂ 50 ਕਿਲੋਮੀਟਰ ਅੰਦਰ ਵਾੜਤੀ ਹੈ। ਜਿਵੇਂ ਕਸ਼ਮੀਰ ਦੇ ਵਿੱਚ ਹੌਲੀ ਹੌਲੀ ਫੌਜ ਵਾੜੀ ਸੀ, ਪਿੰਡਾਂ ਦੇ ਉੱਤੇ ਕਬਜ਼ੇ ਕੀਤੇ ਸੀਗੇ, ਉਸ ਦਲੀਲ ਦੇ ਨਾਲ ਹਿੰਦੁੱਤਵਾ ਦਾ ਸੈਂਟਰ ਪੰਜਾਬ ਦੇ ਵਿੱਚ ਦਲੀਲ ਬਣਾ ਰਿਹਾ ਹੈ ਕਿ ਇੱਥੇ ਸਾਰੇ ਪਾਸੇ ਸੈਂਟਰ ਦਾ ਕੰਟਰੋਲ ਹੋਏ, ਨਾ ਕਿ ਪੰਜਾਬ ਸਰਕਾਰ ਦਾ। ਕਿਉਂ ਕਰਕੇ ਪੰਜਾਬ ਸਰਕਾਰ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਸੀ ਅਸੈਂਬਲੀ ਦਾ, ਡੈਮੋਕ੍ਰੈਟਿਕ, ਕਿ ਸਾਨੂੰ BSF ਨਹੀਂ ਚਾਹੀਦਾ, ਪਰ ਉਹਦੀ ਪਰਵਾਹ ਨਹੀਂ ਸੈਂਟਰ ਨੇ ਕੀਤੀ। ਜਿਹਦਾ ਮਤਲਬ ਹੈ ਇਹ ਜਮਹੂਰੀਅਤ ਦੀ ਪਰਵਾਹ ਇਹ ਹੁਕੂਮਤ ਕਰਦੀ ਨਹੀਂ। ਜਿਵੇਂ SGPC ਦੇ ਇਲੈਕਸ਼ਨਸ 11 ਸਾਲ ਤੋਂ ਨਹੀਂ ਹੋਏ, ਅਤੇ ਜਮਹੂਰੀਅਤ ਸਾਡਾ ਬੇਸਿਕ ਸਟਰਕਚਰ ਹੈ, ਢਾਂਚਾ ਹੈ, ਅਤੇ ਸਿੱਖਾਂ ਦੀ ਪਾਰਲੀਮੈਂਟ ਦਾ ਜੇ 11 ਸਾਲ ਇਲੈਕਸ਼ਨ ਨਾ ਹੋਣ ਤਾਂ ਤੁਸੀਂ ਕੀ ਸਮਝ ਸਕਦੇ ਹੋ ਕਿ ਇਹ ਜਮਹੂਰੀਅਤ ਪਸੰਦ ਮੁਲਕ ਹੈਗਾ ਕਿ ਨਹੀਂ ਹੋਇਆ। ਇੱਕ ਤਾਂ ਸਾਡੀ ਅਸੈਂਬਲੀ ਦੇ ਸਰਬਸੰਮਤੀ ਮਤੇ ਨੂੰ ਸੈਂਟਰ ਨੇ ਪ੍ਰਵਾਨ ਨਹੀਂ ਕੀਤਾ, ਫਿਰ SGPC ਦੇ ਇਲੈਕਸ਼ਨਸ ਨਹੀਂ ਹੋਣ ਦਿੰਦੇ, ਤਾਂ ਮੈਂ ਸਮਝਦਾ ਸਾਨੂੰ ਦਬਾ ਕੇ ਰੱਖਿਆ। ਮੈਂ ਕਹਿ ਰਿਹਾ ਕਿਸੇ ਦੌਰ 'ਚ ਅਕਾਲ ਤਖਤ ਦੇ ਜਥੇਦਾਰ ਇਹ ਪਹਿਲ ਕਦਮੀ ਕਰਦੇ ਰਹੇ ਨੇ ਕਿ ਪੰਥਕ ਏਕਤਾ ਹੋਣੀ ਚਾਹੀਦੀ ਹੈ ਜੀ। ਤੁਸੀਂ ਅੱਜ ਇਹ ਮੰਨਦੇ ਹੋ ਕਿ ਪੰਥਕ ਏਕਤਾ ਹੋਵੇ, ਸੰਗਰੂਰ ਸੀਟ ਤੋਂ ਪੰਥ ਦਾ ਇੱਕੋ ਲੀਡਰ ਹੋਵੇ, ਇੱਕੋ ਕੈਂਡੀਡੇਟ ਹੋਵੇ ਪੂਰੇ ਪੰਥ ਦਾ, ਪੰਥਕ ਧਿਰਾਂ ਦਾ, ਸਾਰੀਆਂ ਦਾ, ਜੀ ਆਪਦੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਵੀ ਗਿਣਦਾ, ਜਿਹਦੇ 'ਚ ਹੋਰ ਵੀ ਪੰਥਕ ਧਿਰਾਂ ਨੇ? ਫਾਇਦਾ ਤਾਂ ਹੀ ਹੈ ਉਸ ਕੈਂਡੀਡੇਟ ਨੂੰ ਜੇ ਸਾਰੇ ਅਸੀਂ ਇਕੱਠੇ ਹੋ ਕੇ ਲੜਾਂਗੇ। ਜੇ ਅਲੱਗ-ਅਲੱਗ ਲੜੇ ਫਿਰ ਉਹਦਾ ਫਾਇਦਾ ਨਹੀਂ ਹੋਣਾ, ਓਪੋਜੀਸ਼ਨ ਨੂੰ ਉਹਦਾ ਫਾਇਦਾ ਹੋ ਜਾਊਗਾ। ਤੁਸੀਂ ਮੰਨਦੇ ਹੋ ਇਹ ਕਿ ਤੁਸੀਂ ਉਹ ਕੈਂਡੀਡੇਟ ਹੋ, ਤੁਹਾਨੂੰ ਸਪੋਰਟ ਕਰਨ ਸਾਰੇ? ਨਾ, ਪਰ ਜਦੋਂ ਮੈਨੂੰ ਮੇਰੀ ਪਾਰਟੀ ਨੇ ਡਿਕਲੇਅਰ ਕਰਤਾ, ਮੇਰੇ ਕੋਲ ਕੋਈ ਹੋਰ ਤੁਸੀਂ ਤਾਂ, ਮੈਂ ਵੀ ਕਹਿ ਰਿਹਾ ਨਹੀਂ, ਤੁਸੀਂ ਤਾਂ ਕੈਂਡੀਡੇਟ ਹੁਣ ਬਣ ਗਏ, ਕੀ ਤੁਸੀਂ ਕਹੋਗੇ ਬਾਕੀ ਪਾਰਟੀਆਂ ਨੂੰ ਕਿ ਤੁਸੀਂ ਆਪਣੇ ਉਮੀਦਵਾਰ ਨਾ ਐਲਾਨੋ? ਨਾ, ਮੈਂ ਕਿਹਾ ਮੈਂ ਤਾਂ ਆਪਣੇ ਹੱਥ ਟੱਡ ਕੇ ਸਾਰਿਆਂ ਨੂੰ ਮੰਗੂਗਾ ਕਿ ਜੀ ਮੈਨੂੰ ਹੈਲਪ ਕਰੋ, ਮੇਰੀ ਇਮਦਾਦ ਕਰੋ, ਸਾਡੀ ਪਾਰਟੀ ਦੀ, ਪੰਥ ਦੀ
ਪੰਜਾਬ ਦੇ ਲਈ, ਸਿੱਖ ਕੌਮ ਦੇ ਲਈ, ਇੱਥੋਂ ਦੇ ਜਿਹੜੇ ਹਿੰਦੂ ਮੁਸਲਮਾਨ ਘੱਟ ਗਿਣਤੀ ਦੇ ਹੈਗੇ ਹੈ, ਗਰੀਬ ਹੈ, ਕਿਸਾਨ ਹੈ, ਰੰਗਰੇਟੇ ਸਿੱਖ ਹੈ, ਉਹਨਾਂ ਦੇ ਲਈ ਸਾਨੂੰ ਇਮਦਾਦ ਚਾਹੀਦੀ ਹੈ ਸਾਡੀ ਪਾਰਟੀ ਨੂੰ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਇਹ ਬੇਨਤੀ ਕਰ ਸਕਦੇ ਹੋ, ਕਿਉਂਕਿ ਉਹ ਪੰਥਕ ਏਕਤਾ ਦੀ ਗੱਲ ਕਰਦੇ ਰਹੇ ਨੇ। ਜਦੋਂ ਮੈਂ ਕਿਹਾ ਕਿ ਸਾਰਿਆਂ ਦੇ ਕੋਲੇ ਮੈਨੂੰ ਹੱਥ ਟੱਡਣੇ ਪੈਣੇ ਆ, ਹੁਣ ਤੁਸੀਂ ਇੱਕ ਇੱਕ ਕਰਕੇ ਪੁੱਛੋਗੇ, ਕਿਉਂਕਿ ਇਹ ਵੱਡੀਆਂ ਪਦਵੀਆਂ ਨੇ। ਮੈਂ ਤਾਂ ਕਹਿ ਰਿਹਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਆਪਣੇ ਸਿੱਖਾਂ ਦੇ ਅੰਦਰ ਅਕਾਲ ਤਖਤ ਸਾਹਿਬ ਬਹੁਤ ਵੱਡੀ, ਉਹਦਾ ਕੋਈ ਫਾਇਦਾ ਨਹੀਂ। ਕਿਉਂ ਕਰਕੇ ਮੈਂ ਕਿਹਾ ਹਰੇਕ ਕੋਲੇ ਮੈਨੂੰ ਜਾਣਾ ਪਊ ਜੇ ਮੈਂ ਕੈਂਡੀਡੇਟ ਐਤਕੀ ਸੰਗਰੂਰ ਤੋਂ ਹੋਵਾਂਗਾ। ਮੈਨੂੰ ਸਾਰਿਆਂ ਕੋਲੇ, ਤੁਹਾਡੇ ਕੋਲੇ ਵੀ ਜਾਣਾ ਪਊਗਾ। ਅਸੀਂ ਵੀ ਤੁਹਾਡੇ ਵੋਟਰ ਆਂਗੇ। ਚਲੋ ਫਿਰ। ਹਾਂ ਅੱਛਾ ਮਾਨ ਸਾਹਿਬ, ਜਥੇਦਾਰ ਸਾਹਿਬ ਦਾ ਇੱਕ ਬਿਆਨ ਆਇਆ, ਤੁਸੀਂ ਹੁਣੇ ਬਰੂਦ ਦੀ ਸਾਰੇ ਕਾਸ ਦੀ ਗੱਲ ਕਰ ਰਹੀ ਸੀ ਕਿ ਹਰ ਸਿੱਖ ਕੋਲੇ ਲਾਇਸੈਂਸੀ ਹਥਿਆਰ ਹੋਣਾ ਚਾਹੀਦਾ। ਤੁਸੀਂ ਇਤਫਾਕ ਰੱਖਦੇ ਹੋ ਇਸ ਗੱਲ? ਜਿਹੜਾ ਸਰਦਾਰ ਹਰਪ੍ਰੀਤ ਸਿੰਘ ਨੇ ਬਿਆਨ ਦਿੱਤਾ ਹੈ, ਉਹ ਸਿੱਖ ਇਤਿਹਾਸ, ਸਿੱਖ ਕੌਮੀਅਤ ਦਾ ਬਿਆਨ ਹੈ। ਕਿਉਂ ਕਰਕੇ ਸਿੱਖ ਧਰਮ ਦੇ ਵਿੱਚ ਜਿਹੜਾ ਗੁਰੂ ਨਾਨਕ ਸਾਹਿਬ ਨੇ ਸਥਾਪਿਤ ਕੀਤਾ ਹੈ, ਉਸ ਤੋਂ ਬਾਅਦ ਗੁਰੂ ਅੰਗਦ ਸਾਹਿਬ ਨੇ ਸਮਝਿਆ ਕਿ ਜਿੰਨਾ ਚਿਰ ਸਿੱਖ ਤਕੜਾ ਨਹੀਂ ਸਿਹਤ ਦੇ ਵਿੱਚ, ਉਨਾ ਚਿਰ ਉਹ ਆਪਣੇ ਮਜ਼ਹਬ ਨੂੰ ਸੁਰੱਖਿਅਤ ਨਹੀਂ ਰੱਖ ਸਕਦਾ। ਜਿਹੜਾ ਉਹਨੇ ਪਾਠ ਕਰਨਾ, ਸਿਮਰਨ ਕਰਨਾ, ਉਹਦੇ ਲਈ ਉਹਨੂੰ ਤਕੜਾ ਹੋਣਾ ਪਊਗਾ ਫਿਜ਼ੀਕਲੀ। ਅਤੇ ਉਹਨਾਂ ਨੇ ਅਖਾੜੇ ਸ਼ੁਰੂ ਕਰਤੇ ਸੀਗੇ, ਭਲਵਾਨਾਂ ਨੂੰ ਲੜਾਉਂਦੇ ਹੁੰਦੇ ਸੀਗੇ, ਇਨਕਰੇਜ ਕਰਦੇ ਸੀਗੇ ਕਿ ਲੋਕ ਤਕੜੇ ਸਿਹਤਮੰਦ ਹੋਣ। ਫਿਰ 6ਵੇਂ ਪਾਤਸ਼ਾਹ ਦੇ ਵੇਲੇ ਕੋਈ ਵੀ ਗੈਰ ਮੁਸਲਮਾਨ ਘੋੜੇ ਦੀ ਸਵਾਰੀ ਨਹੀਂ ਸੀ ਕਰ ਸਕਦਾ, ਕਿਰਪਾਨ ਨਹੀਂ ਸੀ ਰੱਖ ਸਕਦਾ, ਬਾਜ ਦੇ ਨਾਲ ਸ਼ਿਕਾਰ ਨਹੀਂ ਸੀ ਖੇਡ ਸਕਦਾ, ਤਾਜ ਨਹੀਂ ਸੀ ਪਹਿਨ ਸਕਦਾ। ਇਹ ਸਾਰੀਆਂ ਚੀਜ਼ਾਂ 6ਵੇਂ ਪਾਤਸ਼ਾਹ ਨੇ ਸਾਨੂੰ ਦਿੱਤੀਆਂ। ਅਤੇ ਉਸ ਤੋਂ ਬਾਅਦ ਸਾਰੇ ਗੁਰੂ ਆਪਣੀ ਫੌਜ ਰੱਖਦੇ ਸੀਗੇ ਅਤੇ ਫੌਜ ਦੇ ਨਾਲ ਜਿੱਥੇ ਵੀ ਜਾਣਾ ਉਹ ਜਾਂਦੇ ਸੀਗੇ। ਉਸੇ ਤਰ੍ਹਾਂ ਸ਼ਿਕਾਰ ਖੇਡਦੇ ਸੀਗੇ ਅਤੇ ਬਿਲਕੁਲ ਜਿਵੇਂ ਬਾਦਸ਼ਾਹ ਮੁਗਲ ਰਾਜ ਕਰਦਾ ਸੀ, ਉਹਦੀ ਬਰਾਬਰੀ ਕਰਦੇ ਸੀਗੇ। ਉਹਦੇ ਬਰਾਬਰ ਦਾ ਅਕਾਲ ਤਖਤ ਸਾਹਿਬ ਬਣਾਤਾ ਅਤੇ ਮੀਰੀ ਪੀਰੀ ਦਾ ਅਸੂਲ ਖੜ੍ਹਾ ਕਰਤਾ। ਸੋ ਉਹਨਾਂ ਨੇ ਬਿਲਕੁਲ ਇੱਕ ਪੈਰਲਲ, ਇੱਕ ਧਾਰਮਿਕ ਅਤੇ ਇੱਕ ਸਿਆਸੀ ਮਜ਼ਹਬ ਖੜ੍ਹਾ ਕਰਤਾ, ਜਿਹੜਾ ਕਿਸੇ ਪੈਗੰਬਰ ਨੇ ਨਹੀਂ ਕੀਤਾ। ਹਥਿਆਰਾਂ ਦੀ ਤੁਹਾਨੂੰ ਲੱਗਦਾ ਸਭ ਤੋਂ ਵੱਡੀ ਇੰਪੋਰਟੈਂਸ ਹਥਿਆਰਾਂ ਦੀ ਉਹਦੇ 'ਚ? ਕੀ ਹਥਿਆਰਾਂ ਦੀ ਸਭ ਤੋਂ ਵੱਡੀ ਇੰਪੋਰਟੈਂਸ ਉਸ ਧਰਮ ਦੀ ਉਤਪਤੀ 'ਚ, ਉਹਦੇ ਵਿਕਾਸ 'ਚ? ਨਹੀਂ, ਭਜਨ ਬੰਦਗੀ ਦੀ ਬਹੁਤ ਲੋੜ ਹੈ, ਪਰ ਸਾਡੇ ਗੁਰੂ ਸਾਹਿਬ ਕਹਿੰਦੇ ਆ ਭਜਨ ਬੰਦਗੀ ਨੂੰ ਤਾਂ ਹੀ ਤੁਸੀਂ ਸਾਂਭੋਗੇ ਜੇ ਸਰੀਰਕ ਤੌਰ 'ਤੇ, ਮਿਲਟਰੀ ਤੌਰ 'ਤੇ ਤੁਸੀਂ ਤਕੜੇ ਹੋਵੋਗੇ। ਨਹੀਂ ਤਾਂ ਤੁਹਾਨੂੰ ਭਜਨ ਬੰਦਗੀ ਦੇ ਵਿੱਚ ਕੋਈ ਕਰਨ ਹੀ ਨਹੀਂ ਦਊਗਾ ਅਤੇ ਤੁਹਾਨੂੰ ਜਬਰਨ ਆਪਣੇ ਮਜ਼ਹਬ ਦੇ ਵਿੱਚ ਮਿਲਾ ਦਊਗਾ। ਜਿਵੇਂ ਬਾਹਮਣਾਂ ਦੇ ਇਹ ਜਨੇਊ ਸੀਗੇ, ਮੁਗਲ ਹਕੂਮਤ ਲਾ ਕੇ ਉਹਨਾਂ ਨੂੰ ਮੁਸਲਮਾਨ ਬਣਾ ਰਹੀ ਸੀਗੀ। ਸੋ ਇਹ ਸਟੇਟ ਅਥਾਰਟੀ ਅਤੇ ਸਟੇਟ ਦਾ ਜਿਹੜਾ ਰੋਬ ਹੈ ਹਥਿਆਰਬੰਦ, ਉਹ ਸਿੱਖ ਦੇ ਲਈ ਬਹੁਤ ਜ਼ਰੂਰੀ ਹੈ। ਪਰ ਭਗਵੰਤ ਮਾਨ ਜਿਹੜੇ ਪੰਜਾਬ ਦੇ CM ਨੇ, ਉਹਨਾਂ ਨੇ ਕਿਹਾ ਕਿ ਇਸ ਟਾਈਮ ਐਜੂਕੇਸ਼ਨ ਦੀ ਲੋੜ ਆ। ਬਹੁਤ ਸਾਰੇ ਲੋਕਾਂ ਦਾ ਇਹ ਤਰਕ ਆ ਕਿ ਸਿੱਖ ਅੱਗੇ ਵਧਣ, ਸਿੱਖਾਂ ਨੂੰ ਮਜ਼ਬੂਤ ਹੋਣ ਦੀ ਲੋੜ ਹੈ, ਪਰ ਐਜੂਕੇਸ਼ਨ 'ਚ, ਅਧਿਆਤਮ 'ਚ, ਹੋਰ ਪਾਸੇ ਤਰੱਕੀਆਂ ਕਰਨ ਦੀ ਲੋੜ ਆ। ਹਥਿਆਰਾਂ ਨਾਲ ਤਾਂ ਆਪਸ 'ਚ ਹੀ ਲੜੀ ਜਾਣਗੇ ਕਹਿੰਦੇ। ਨਹੀਂ, ਮੈਂ ਬਿਲਕੁਲ ਚੀਫ ਮਿਨਿਸਟਰ ਦੇ ਨਾਲ ਸਹਿਮਤ ਹਾਂ ਕਿ ਪੜ੍ਹਾਈ ਲਿਖਾਈ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਅਤੇ ਉਹਨਾਂ ਨੂੰ ਇਹਦੇ 'ਤੇ ਦੱਬ ਕੇ ਵਜ਼ਨ ਦੇਣਾ ਚਾਹੀਦਾ ਹੈ। ਅਤੇ ਜਿਹੜੇ ਗਰੀਬ ਸਾਡੇ ਰੰਗਰੇਟੇ ਹੈ, ਉਹਨਾਂ ਨੂੰ ਵਜ਼ੀਫੇ ਦੇਣੇ ਚਾਹੀਦੇ ਹੈ ਅਤੇ ਸਾਰਾ ਕੁਛ ਕਰਨਾ ਚਾਹੀਦਾ ਹੈਗਾ। ਔਰ ਪਰ ਉਹ ਕਹਿੰਦੇ ਹਥਿਆਰਾਂ ਵਾਲੀ ਗੱਲ 'ਤੇ ਇਤਰਾਜ਼ ਆ ਉਹਨਾਂ ਨੂੰ। ਉਹ ਤਾਂ ਫਿਰ ਸੈਂਟਰ ਦੇ ਮੁਤਾਬਕ ਉਹ ਨਹੀਂ ਕਹਿ ਸਕਦੇ ਕਿ ਹਥਿਆਰ ਚਾਹੀਦੇ ਹੈ ਸਿੱਖਾਂ ਨੂੰ, ਹੈ ਨਾ। ਕਿਉਂ ਕਰਕੇ ਸੈਂਟਰ ਹਿੰਦੂਤਵਾ ਦੀ ਹਕੂਮਤ ਦੇ ਨੀਚੇ ਜਿਹੜਾ ਵੀ ਚੀਫ ਮਿਨਿਸਟਰ ਚੱਲੂਗਾ, ਉਹ ਹਾਂ ਪੱਖੀ ਜਵਾਬ ਨਹੀਂ ਦੇ ਸਕੂਗਾ। ਹੁਣ ਜਦੋਂ ਮੈਂ ਇਹ ਇੱਕ ਸਿੱਖ ਹੈਗਾ ਅਤੇ ਮੈਂ ਦੋਨੋਂ ਪੱਖ ਦੇਖਦੇ ਹਾਂ ਕਿ ਪੜ੍ਹਾਈ ਵੀ ਜ਼ਰੂਰੀ ਹੈ ਅਤੇ ਪੜ੍ਹਾਈ ਦੇ ਲਈ
ਸ਼ਸਤਰਧਾਰੀ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਜੇ ਤੁਸੀਂ ਆਪਣੇ ਕਲਚਰ ਨੂੰ, ਆਪਣੇ ਮਜ਼ਹਬ ਨੂੰ, ਆਪਣੀ ਰੀਤ ਨੂੰ, ਆਪਣੇ ਘਰ ਵਾਲਿਆਂ ਨੂੰ ਸਾਂਭ ਕੇ ਰੱਖਣਾ ਹੈ, ਫਿਰ ਆਪਾਂ ਨੂੰ ਸ਼ਸਤਰਧਾਰੀ ਹੋਣਾ ਬਹੁਤ ਜ਼ਰੂਰੀ ਹੈ। ਅੱਛਾ, ਇੱਕ ਕਹਿੰਦਾ ਤੁਹਾਡੇ ਬਾਰੇ ਸੁਣਦੇ ਹਾਂ ਅਸੀਂ ਕਿ ਜਦੋਂ ਤੁਸੀਂ ਐਸਐਸਪੀ ਹੁੰਦੇ ਸੀਗੇ, ਤੁਸੀਂ ਸਿਰਫ ਸਿੱਖਾਂ ਦੇ ਹਥਿਆਰ ਬਣਾਉਂਦੇ ਸੀਗੇ। ਕਿੱਸਾ ਦੱਸੋ ਕੀ ਹੈਗਾ? ਔਰ ਇਹ 'ਤੇ ਤੁਹਾਡੀ ਕੰਪਲੇਂਟ ਵੀ ਹੋਈ, ਕਹਿੰਦੇ ਉਹ ਹਥਿਆਰ ਤੁਸੀਂ ਕਿਵੇਂ, ਕੀ ਕਹਿੰਦੇ, ਜਿਹੜਾ ਹਥਿਆਰ ਬਣਾਉਣਾ ਆਉਂਦਾ ਸੀ, ਲਾਇਸੈਂਸ ਬਣਾਉਣਾ ਆਉਂਦਾ ਸੀ ਹਥਿਆਰ ਦਾ, ਕੀ ਕਹਿੰਦੇ ਸੀ ਉਹਨੂੰ? ਕੀ ਕਿੱਸਾ, ਕਿੱਥੇ ਹੁੰਦੇ ਸੀ ਤੁਸੀਂ ਉਦੋਂ? ਦੇਖੋ, ਬਾਰਡਰ ਦਾ ਇਲਾਕਾ ਸੀਗਾ ਅਤੇ ਉੱਥੇ ਐਸਐਸਪੀ ਫਰੀਦਕੋਟ ਸੀ ਤੁਸੀਂ? ਫਰੀਦਕੋਟ, ਫਿਰੋਜ਼ਪੁਰ, ਅਤੇ ਉੱਥੇ ਲੋਕਾਂ ਨੂੰ ਤਕੜਾ ਕਰਨਾ ਬਹੁਤ ਜ਼ਰੂਰੀ ਸੀਗਾ। ਅਤੇ ਜੇ ਸਿੱਖਾਂ ਨੂੰ ਛੱਡ ਕੇ ਜਿਹੜੇ ਬਾਜ਼ਾਰ 'ਚ ਹਿੰਦੂ ਰਹਿੰਦੇ ਹੈ, ਇਹਨਾਂ ਦਾ ਹਥਿਆਰਾਂ ਵੱਲ ਨਿਗਾਹ ਕਦੇ ਨਹੀਂ ਹੁੰਦੀ। ਅਤੇ ਸਾਨੂੰ ਡਰ ਸੀਗਾ ਕਿ ਜੇ ਹਿੰਦੂਆਂ ਨੂੰ ਹਥਿਆਰ ਫੜਾਤੇ ਤਾਂ ਸਿੱਖ ਖੋਹ ਕੇ ਲੈ ਜਾਣਗੇ ਇਹਨਾਂ ਨੂੰ। ਅਤੇ ਜਿਹੜੇ ਮੈਂ ਹਥਿਆਰ ਦਿੱਤੇ, ਮੈਨੂੰ ਫਾਇਦਾ ਬਹੁਤ ਹੋਇਆ, ਕਿਉਂਕਿ ਜਦੋਂ ਪੰਜਾਬ ਪੁਲਿਸ ਦੀ ਹੜਤਾਲ ਹੋਈ ਸਾਰੇ ਪੰਜਾਬ ਦੇ ਵਿੱਚ, ਸਿਰਫ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਕਿਸੇ ਨੇ ਜੁਰਤ ਨਹੀਂ ਕੀਤੀ ਹੜਤਾਲ ਕਰਨ ਦੀ, ਕਿਉਂ ਕਰਕੇ ਜਿੰਨੇ ਵੀ ਲਾਇਸੈਂਸਦਾਰ ਮੈਂ ਸੀਗੇ ਉਹਨਾਂ ਨੂੰ ਮੈਂ ਪੁਲਿਸ ਲਾਈਨ ਦੇ ਵਿੱਚ ਖੜ੍ਹਾ ਕਰਤਾ ਸੀ। ਅਤੇ ਜਿਹੜਾ ਕੋਤਵਾਲ ਸੀ, ਕੋਤਵਾਲੀ ਸੀ, ਜਿੱਥੇ ਸਾਰਾ ਅਸਲਾ ਰੱਖਿਆ ਜਾਂਦਾ ਹੈ, ਉਹਦੇ ਅੱਗੇ ਉਹਨਾਂ ਦੇ ਪਹਿਰੇ ਲਾਤੇ ਸੀਗੇ। ਸੋ ਮੇਰੇ ਖਿਲਾਫ ਜਿਹੜਾ ਪ੍ਰੋਪੇਗੈਂਡਾ ਹੋਇਆ ਕਿ ਇਹਨੇ ਲਾਇਸੈਂਸ ਦੇਤੇ, ਪਰ ਇਹ ਵੀ ਗੌਰਮੈਂਟ ਦੇਖੇ ਕਿ ਸਿਰਫ ਸਿਮਰਨਜੀਤ ਸਿੰਘ ਮਾਨ ਦੇ ਜ਼ਿਲ੍ਹੇ ਦੇ ਵਿੱਚ ਬਗਾਵਤ ਕਿਉਂ ਨਹੀਂ ਹੋਈ, ਅਤੇ ਇਹੀ ਹੈ ਜ਼ਿਲ੍ਹਾ ਜਿੱਥੇ ਬਗਾਵਤ ਨਹੀਂ ਹੋਈ। ਕਿਉਂ ਕਰਕੇ ਸਾਰੇ ਹਥਿਆਰਬੰਦ ਜਿੰਨੇ ਵੀ ਲਾਇਸੈਂਸ ਹੋਲਡਰ ਸੀਗੇ ਉਹਨਾਂ ਨੂੰ ਮੈਂ ਡਿਊਟੀ 'ਤੇ ਬੁਲਾ ਲਿਆ। ਅਤੇ ਜੇ ਲੜਾਈ ਵੀ ਲੱਗੇ, ਜੇ ਆਪਾਂ ਨੇ ਕਿਹਾ ਕਿ ਸਿੱਖ ਹਥਿਆਰਬੰਦ ਹੋਣ, ਤਾਂ ਫਿਰ ਫਾਇਦਾ ਤਾਂ ਆਪਾਂ ਨੂੰ ਹੀ ਹੋਊਗਾ। ਕਿਉਂ ਕਰਕੇ ਜਿਹੜਾ ਹਿੰਦੂ ਹੈ ਵਿਚਾਰਾ, ਇਹ ਕਦੇ ਇਸ ਨੇ ਹਿਸਟਰੀ ਦੇ ਵਿੱਚ ਰਾਜ ਨਹੀਂ ਕੀਤਾ ਸਿਵਾਏ ਯੋਧਿਆਂ ਦੇ ਵਿੱਚ। ਹੁਣ ਤੁਸੀਂ ਦੇਖੋ, ਯੂਕਰੇਨ ਦੇ ਵਿੱਚ ਲੜਾਈ ਹੋ ਰਹੀ ਹੈ। ਯੂਕਰੇਨ ਇੱਕ ਮਾੜਾ ਮੁਲਕ ਹੈ, ਪਰ ਤਾਂ ਵੀ ਐਡੇ ਵੱਡੇ ਰੂਸ ਦਾ ਠਾਹ ਜਵਾਬ ਦੇਈ ਜਾਂਦਾ ਹੈ। ਪਰ ਇੱਥੇ ਲਦਾਖ ਦੇ ਵਿੱਚ 1962 ਦੇ ਵਿੱਚ ਸਾਡੇ ਹਿੰਦੂਤਵਾ ਨੇ 40,000 ਸਕੁਅਰ ਕਿਲੋਮੀਟਰ 1962 ਦੇ ਵਿੱਚ ਚੀਨ ਨੂੰ ਲਿਟਾਤੇ। ਪਿਛਲੇ ਤੋਂ ਪਿਛਲੇ ਸਾਲ 2020 ਦੇ ਵਿੱਚ 900 ਸਕੁਅਰ ਕਿਲੋਮੀਟਰ ਚੀਨ ਨੂੰ ਫੇਰ ਲਿਟਾਤੇ। ਜੇ ਇੱਕ ਨਰਮ ਦੇਸ਼ ਯੂਕਰੇਨ ਐਡੀ ਵੱਡੀ ਪਾਵਰ ਦੇ ਨਾਲ ਅਜੇ ਲੜ ਰਿਹਾ ਹੈ, ਤਾਂ ਫਿਰ ਮੋਦੀ ਅਤੇ ਹਿੰਦੂਤਵਾ ਨੇ ਇਹ ਸਾਰੇ ਲਦਾਖ ਦੇ ਇਲਾਕੇ ਕਿਉਂ ਸਰੈਂਡਰ ਕੀਤੇ ਹੈ, ਹੱਥ ਖੜ੍ਹੇ ਕਰਤੇ ਹੈ? ਇਹ ਅਸੀਂ ਸਾਰੀ ਓਪੋਜੀਸ਼ਨ ਨੂੰ ਵੀ ਕਹਿੰਦੇ ਹਾਂ ਕਿ ਇਹਦੇ ਉੱਤੇ ਇਲੈਕਸ਼ਨ ਲੜੋ। ਅਤੇ ਇੱਕ ਜਿਹੜੀ ਗਰੀਬੀ ਹੈ ਅਤੇ ਇੱਕ ਜਿਹੜੀ ਮਹਿੰਗਾਈ ਹੈ, ਅਤੇ ਜੇ ਆਪਾਂ ਸਾਰੇ ਲਦਾਖ ਚਲੇ ਜਾਈਏ ਓਪੋਜੀਸ਼ਨ ਪਾਰਟੀਜ਼, ਅਤੇ ਉੱਥੇ ਜਾ ਕੇ ਦੇਖੀਏ ਕਿ ਜਵਾਨਾਂ ਨੂੰ ਠੀਕ ਰਾਸ਼ਨ ਮਿਲ ਰਿਹਾ ਹੈ, ਇਹਨਾਂ ਦੇ ਕੋਲ ਠੀਕ ਵੈਪਨਸ ਹੈਗੇ ਹੈ, ਹਥਿਆਰ ਠੀਕ ਹੈ, ਸਾਰਾ ਕੁਛ ਹੈ, ਇਹਦੇ ਨਾਲ ਫੌਜ ਦੇ ਉੱਤੇ ਬੜਾ ਫਰਕ ਪਊਗਾ। ਅਤੇ ਕੱਲ੍ਹ ਨੂੰ ਫਿਰ ਉਹ ਜੰਮ ਜੂਗੀ, ਪਿੱਛੇ ਨੂੰ ਨਹੀਂ ਹਟੂਗੀ। ਅਤੇ ਦੂਜੇ ਪਾਸੇ ਮਾਨ ਸਾਹਿਬ, ਇੱਕ ਪਾਸੇ ਤੁਸੀਂ ਕਹਿੰਦੇ ਇਹ ਮੁੱਦਿਆਂ 'ਤੇ ਚੋਣ ਲੜਨੀ ਚਾਹੀਦੀ ਹੈ, ਤੁਸੀਂ ਖੁਦ ਖਾਲਿਸਤਾਨ ਦੇ ਮੁੱਦੇ 'ਤੇ ਚੋਣ ਲੜਦੇ ਹੋ। ਤੁਸੀਂ SGPC ਦੇ ਇੱਕ ਸਮਾਗਮ 'ਚ ਬੰਦੀ ਸਿੰਘਾਂ ਵਾਲੇ 'ਚ ਕਿਹਾ ਕਿ ਅੱਖ ਮਾਰ ਕੇ ਮਤਾ ਪਾਸ ਕਰਵਾਤਾ ਮੈਂ ਖਾਲਿਸਤਾਨ ਦਾ। ਮੈਂ ਤਾਂ ਨਹੀਂ ਕੀਤਾ, ਪਰ ਇਹ ਉਹਨਾਂ ਨੇ ਆਪ ਹੀ ਮਤਾ ਪਾਸ ਕਰਤਾ। ਮੈਂ ਕਹਿੰਦਾ ਕਿ ਇਹ ਜੇ ਓਪੋਜੀਸ਼ਨ ਦੀ ਮੈਂ ਗੱਲ ਕੀਤੀ ਹੈ ਕਿ ਜੇ ਇਹ ਮੋਦੀ ਦਾ ਮੁਕਾਬਲਾ BJP RSS ਦਾ ਨਹੀਂ ਕਰ ਰਹੇ, ਮੈਂ ਉਹਨਾਂ ਨੂੰ ਇੱਕ ਚੀਜ਼ ਦੱਸ ਰਿਹਾ ਕਿ ਅੱਜ 2-3 ਮੁੱਦੇ ਮਹਿੰਗਾਈ, ਗਰੀਬੀ ਅਤੇ ਜਿਹੜਾ ਬਾਰਡਰ ਵਾਲਾ ਏਰੀਆ ਸਰੈਂਡਰ ਕਰਤਾ ਹੈ ਚੀਨ ਨੂੰ, ਉਸ ਮੁੱਦੇ ਦੇ ਉੱਤੇ ਲੜਾਈ ਲੈ ਕੇ ਆਓ। ਪਰ ਤੁਸੀਂ ਬਫਰ ਸਟੇਟ ਲਈ ਤਾਂ ਸਾਰਿਆਂ ਨੂੰ ਲਿਖਦੇ ਰਹਿੰਦੇ ਹੋ, ਸਾਰਿਆਂ ਨੂੰ ਕਹਿੰਦੇ ਰਹਿੰਦੇ ਹੋ, ਚੀਨ ਨੂੰ ਵੀ, ਹੋਰ ਆਲੇ ਦੁਆਲੇ ਵਾਲਿਆਂ ਨੂੰ, ਸਾਰਿਆਂ ਨੂੰ ਕਹਿੰਦੇ ਰਹੇ ਹਾਂ। ਪਰ ਸਾਡਾ ਇੰਟਰਸਟ, ਦਿਲਚਸਪੀ ਲਦਾਖ ਦੇ ਵਿੱਚ ਤਾਂ ਹੈ ਕਿਉਂ ਕਰਕੇ ਲਦਾਖ 1834 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਫਤਿਹ ਕੀਤਾ ਸੀ। ਇਹ ਸਿੱਖਾਂ ਦੀ ਟੈਰੀਟਰੀ ਹੈ, ਅਤੇ
ਜਿਹੜੀ ਤਾਕਤ ਕਦੇ ਵੀ ਅਫਗਾਨਿਸਤਾਨ ਦੇ ਵਿੱਚ ਨਹੀਂ ਰਹਿ ਸਕੀ, ਨਾ ਬਰਤਾਨੀਆ, ਨਾ ਰੂਸ, ਨਾ ਹੁਣ ਅਮਰੀਕਨ, ਇਹ ਸਿਰਫ ਸਿੱਖਾਂ ਨੇ ਅਫਗਾਨਿਸਤਾਨ ਫਤਿਹ ਕਰਕੇ, ਤੇ ਜਿਹੜਾ ਕਸ਼ਮੀਰ ਦਾ ਸੂਬਾ ਹੈ ਇਹ ਇੱਕ ਅਫਗਾਨਿਸਤਾਨ ਦੀ ਪ੍ਰੋਵਿੰਸ, ਉਹਨਾਂ ਦੀ ਸਟੇਟ ਹੁੰਦੀ ਸੀ ਜਿਹੜੀ ਸਿੱਖ ਦਰਬਾਰ ਦੇ ਵਿੱਚ ਆ ਗਈ ਉਦੋਂ ਦੀ। ਪਰ ਜਦੋਂ ਹਿੰਦੂਤਵਾ ਦਾ ਰਾਜ ਆਇਆ, ਇਹ ਨਾ ਲਦਾਖ ਸਾਡਾ ਰੱਖ ਸਕੇ ਹੈ ਤੇ ਨਾ ਕਸ਼ਮੀਰ ਸਾਡਾ ਪਰ ਉਹ ਰੱਖ ਤਾਂ ਸਕੇ। ਮੈਡੀਵਲ ਹਿਸਟਰੀ ਸੀ ਮਾਨ ਸਾਹਿਬ, ਇਹ ਤਾਂ ਮਾਡਰਨ era ਆ ਗਈ, ਤੇ ਮਾਡਰਨ era 'ਚ ਮਾਡਰਨ ਵੈਪਨ ਨੇ, ਪਰਮਾਣੂ ਯੁੱਧ ਹੁੰਦੇ ਨੇ, ਨਾ ਤਕਨੀਕ ਨਾਲ ਦੁਨੀਆ ਬਦਲ ਗਈ ਹੈ ਇੰਨੀ। ਹਾਂ, ਫਿਰ ਇਹਨਾਂ ਦੇ ਕੋਲੇ ਕਿਉਂ ਨਹੀਂ ਮਾਡਰਨ ਹੈਗੇ? ਇਹ 1947 ਦੇ ਵਿੱਚ ਇਹਨਾਂ ਨੂੰ ਆਜ਼ਾਦੀ ਮਿਲੀ ਸੀ। 1948 ਦੇ ਵਿੱਚ ਚੀਨ ਬਣਿਆ ਨਵਾਂ, ਇਜ਼ਰਾਈਲ ਬਣਿਆ ਹੈ, ਤੇ ਸਾਰੀ ਵਾਰ ਦੀ ਜਿਹੜੀ ਇੰਡਸਟਰੀ ਸੀ ਸੈਕੰਡ ਵਰਲਡ ਵਾਰ ਦੇ ਵਿੱਚ ਤਬਾਹ ਹੋ ਗਈ ਸੀ। ਜਰਮਨ ਦੀ, ਫਰਾਂਸ ਦੀ, ਵਲੈਤ ਦੀ, ਸਵੀਡਨ ਦੀ, ਸਾਰੀ ਸਪੇਨ ਦੀ, ਇਟਲੀ ਦੀ, ਉਹ ਫੇਰ ਉੱਭਰ ਕੇ ਉੱਤੇ ਆ ਗਈ ਹੈ। ਤੇ ਇਹ 1947 ਤੋਂ ਬਾਅਦ ਕੀ ਇਹ ਕਿਸੇ ਮੁਰਗੀ ਦੇ ਆਂਡੇ ਤੇ ਬੈਠੇ ਰਹੇ ਹੈ, ਜਿਹੜਾ ਇਹਨਾਂ ਤੋਂ ਤਿਆਰੀ ਨਹੀਂ ਹੋਈ। ਜਦੋਂ 1950 ਦੇ ਵਿੱਚ ਚੀਨ ਨੇ ਇਹਨਾਂ ਨੂੰ ਅਲਟੀਮੇਟਮ ਦਿੱਤਾ ਸੀ ਕਿ ਤੁਸੀਂ ਇਹ ਲਦਾਖ, ਸਿੱਕਮ, ਇਹ ਇਲਾਕੇ ਤੁਹਾਨੂੰ ਛੱਡਣੇ ਪੈਣੇ ਹੈ ਤੇ ਨੀਫਾ ਤੁਹਾਨੂੰ ਛੱਡਣਾ ਪੈਣਾ। ਫਿਰ ਇਹ ਮੁਰਗੀ ਦੇ ਆਂਡੇ ਤੇ ਬੈਠੇ ਰਹੇ ਆ ਉਹਨਾਂ ਚਿਰ। ਇਹਨਾਂ ਨੂੰ ਪੁੱਛੋ। ਹਾਂ, ਅੱਛਾ ਇਹ ਦੱਸੋ ਕਿ ਉਹ ਉਧਰ ਕਿਉਂ ਬੜਾ ਹੀ ਤੁਸੀਂ ਮਤਲਬ ਇੱਕ ਸਟਾਇਰ ਵੇਚ, ਬੜੇ ਹੀ ਹਿਊਮਰ ਤਰੀਕੇ ਦੇ ਨਾਲ, ਹੈ ਨਾ, ਤੁਸੀਂ ਕਿ ਅੱਖ ਮਾਰੋ, ਮੈਂ ਸਾਰੇ ਅੱਖ ਮਾਰਿਓ ਮੈਨੂੰ, ਮੈਂ ਦੇਖੂੰਗਾ, ਕੀ ਸੁਣਾਓ ਮਾੜਾ ਜਿਹਾ ਕਿਉਂ ਤੁਸੀਂ ਉਧਰ? ਉਹ ਜੇ ਮੈਂ ਉਹਨਾਂ ਦੇ ਹੱਥ ਖੜੇ ਕਰ ਦਿੰਦਾ, ਮੋਦੀ ਦੀ ਸਰਕਾਰ ਨੇ ਉਹਨਾਂ ਦੀਆਂ ਫਿਲਮਾਂ ਖਿੱਚ ਕੇ ਇੱਕ ਇੱਕ ਨੂੰ ਬੁਲਾਈ ਜਾਣਾ ਸੀਗਾ ਕਿ ਤੂੰ ਤਾਂ ਖਾਲਿਸਤਾਨ ਦੇ ਹੱਕ 'ਚ ਹੈਗਾ, ਤਾਂ ਉਹ ਤਾਂ ਫਿਰ ਮੇਰੀ ਕੌਮ ਦੀ ਬੇਇੱਜ਼ਤੀ ਹੋਣੀ ਸੀ। ਤੇ ਮੇਰੇ ਕੋਲ ਤਾਂ SGPC ਹੈ ਨਹੀਂ ਜਿਹਦੇ ਲਈ ਨਾਲ ਮੈਂ ਵਕੀਲ ਕਰ ਸਕਾਂ, ਉਹਨਾਂ ਦੇ ਰੋਟੀ ਰਾਸ਼ਨ ਭੇਜ ਸਕਾਂ। ਜਦੋਂ SGPC ਹੋ ਗਈ ਤੇ ਫਿਰ ਅਸੀਂ ਹੱਥ ਖੜੇ ਕਰਾ ਦਾਂਗੇ। ਹੁਣ ਕਾਹਨੂੰ ਅਸੀਂ ਡਿਸਕਲੋਜ਼ ਕਰਨਾ ਕਿ ਕਿਹੜਾ ਖਾਲਿਸਤਾਨੀ ਹੈ ਕਿਹੜਾ ਨਹੀਂ ਹੈਗਾ? ਹੁਣ ਗਵਰਨਮੈਂਟ ਆਫ ਇੰਡੀਆ ਸੋਚਦੀ ਰਹੂਗੀ। ਸਾਰੇ ਖਾਲਿਸਤਾਨੀ ਸੀ ਜਿਹੜੇ ਅੰਦਰ ਬੈਠੇ, ਸਾਰਿਆਂ ਨੇ ਅੱਖ ਮਾਰੀ? ਹਾਂ, ਫਿਰ ਸਾਰਿਆਂ ਨੇ ਮਾਰਤੀ, ਸੁਖਬੀਰ ਬਾਦਲ ਸਰ ਸਾਰਿਆਂ ਨੇ। ਹਾਂ, ਸੁਖਬੀਰ ਬਾਦਲ ਨੇ ਪਹਿਲੇ ਨਹੀਂ ਸੀ ਕਦੇ ਦਸਤਖਤ ਕੀਤੇ, ਪਰ ਬਾਦਲ ਸਾਹਿਬ ਨੇ ਦਸਤਖਤ ਕੀਤੇ ਹੈ, ਬਰਨਾਲਾ ਸਾਹਿਬ ਨੇ ਕੀਤੇ ਹੈ, ਤਲਵੰਡੀ ਸਾਹਿਬ ਨੇ, ਟੌੜਾ ਸਾਹਿਬ ਨੇ, ਭਾਈ ਮਨਜੀਤ ਸਿੰਘ ਜਿਹੜੇ ਜਥੇਦਾਰ ਅਕਾਲ ਤਖਤ ਦੇ ਹੈ ਉਹ ਹੈ, ਮਹਾਰਾਜਾ ਅਮਰਿੰਦਰ ਸਿੰਘ ਨੇ ਕੀਤੇ ਹੈਗੇ ਆ, ਸਾਰਿਆਂ ਨੇ ਕੀਤੇ ਹੈ। ਸੁਖਬੀਰ ਰਹਿ ਗਿਆ ਸੀ, ਚੰਦੂ ਮਾਜਰਾ ਰਹਿ ਗਿਆ ਸੀ, ਉਹਨਾਂ ਦੋਨਾਂ ਨੂੰ ਵਿੱਚ ਮੈਂ ਵਿੱਚ ਪਾਤਾ। ਹੁਣ ਉਹਨਾਂ ਨੇ ਅੱਖ ਮਾਰੀ ਤੁਹਾਨੂੰ? ਨਾ ਫਿਰ ਦੱਸਣਾ ਤਾਂ ਹੈ ਨਹੀਂ ਤੁਸੀਂ ਕਿਹਨੇ ਮਾਰੀ ਹੈ। ਨਹੀਂ, ਮੇਰਾ ਮਤਲਬ ਹੈ ਕਿ ਜਦੋਂ ਕਿਸੇ ਨੇ ਇਤਰਾਜ਼ ਨਹੀਂ ਉਠਾਇਆ ਤੇ ਅੱਖ ਤਾਂ ਮਾਰ ਹੀ ਦਿੱਤੀ। ਫਿਰ ਜਾਂ ਤਾਂ ਉੱਠ ਕੇ ਕਹਿੰਦਾ ਨਹੀਂ ਮੈਂ ਨਹੀਂ ਅੱਖ ਮਾਰੀ, ਉਦੋਂ ਬਾਅਦ ਮੇਰੇ ਬਾਅਦ 'ਚ ਬੋਲੇ ਹੈ ਸਾਰੇ, ਫਿਰ ਇਹ ਕਹਿ ਦਿੰਦੇ ਕਿ ਅਸੀਂ ਇਸ ਮਤੇ ਦੇ ਨਾਲ ਸਹਿਮਤ ਨਹੀਂ ਹੈ। ਕਿਸੇ ਨੇ ਨਹੀਂ ਕਿਹਾ, ਫਿਰ ਇਹ ਤਾਂ ਮਤਲਬ ਹੈ ਪ੍ਰਮਾਣ ਹੋਇਆ ਸਰਬਸੰਮਤੀ ਦੇ ਨਾਲ। ਤਾਂ ਮਾਨ ਸਾਹਿਬ ਕਿਵੇਂ ਪੰਜਾਬ ਦੇ ਅੰਦਰ ਹੁਣ ਤੁਸੀਂ ਪੰਥਕ ਪੋਲੀਟਿਕਸ ਦਾ ਭਵਿੱਖ ਕੀ ਦੇਖਦੇ ਹੋਗੇ? ਪੰਥਕ ਰਾਜਨੀਤੀ ਦਾ ਕੋਈ ਫਿਊਚਰ ਹੈ ਪੰਜਾਬ ਦੀ ਇਲੈਕਟੋਰਲ ਪੋਲੀਟਿਕਸ? ਬਿਲਕੁਲ ਹੈਗਾ ਜੀ। ਇਹ ਤਾਂ ਇਹ ਲੋਕਾਂ ਨੂੰ ਦੱਸਣਾ ਪੈਣਾ ਕਿ ਤੁਹਾਡੀ ਜਿਹੜੀ ਕੌਮੀਅਤ ਹੈ ਉਹ ਮਰਦੀ ਜਾ ਰਹੀ ਹੈ ਤੇ ਹਿੰਦੂ ਦੀ ਕੌਮੀਅਤ ਉੱਭਰ ਗਈ ਹੈ ਤੇ ਤੁਹਾਨੂੰ ਉਹਦਾ ਡਰ ਪੈ ਗਿਆ। ਤੇ ਮੁਸਲਮਾਨ ਬੇਸ਼ੱਕ ਸਾਡੇ ਸਿੱਖਾਂ ਤੋਂ ਵੀ ਉਹਨਾਂ 'ਤੇ ਜ਼ਬਰ ਹੈਗਾ, ਪਰ ਜਦੋਂ ਤੁਸੀਂ ਮੁਸਲਮਾਨ ਦੇਖੋਗੇ ਬਾਜ਼ਾਰ ਦੇ ਵਿੱਚ, ਉਹਨੇ ਗੋਲ ਟੋਪੀ ਸਿਰ ਦੇ ਉੱਤੇ ਪਾਈ ਹੁੰਦੀ ਹੈ ਕਿ ਮੈਂ ਮੁਸਲਮਾਨ ਹਾਂ। ਅਤੇ ਜੇ ਬਾਜ਼ਾਰਾਂ ਦੇ ਵਿੱਚ ਉਹ ਕਹਿਣਾ ਚਾਹੁੰਦਾ ਹੈ ਕਿ ਮੈਂ ਫਖਰ ਦੇ ਨਾਲ ਮੁਸਲਮਾਨ ਹੈ, ਅਤੇ ਸਿੱਖ ਫਿਰ ਜੈ ਹਿੰਦ ਅਤੇ ਜੈ ਸ਼੍ਰੀ ਰਾਮ ਕਹਿਣ ਦਾ ਕੀ ਮਤਲਬ ਹੈ? ਉਹ ਆਪਣੀ ਕੌਮੀਅਤ ਨੂੰ ਕਿਉਂ ਛੱਡ ਰਹੇ ਹੈ? ਸੋ ਇਸ ਨੂੰ ਅਸੀਂ ਅਜਮਾ ਰਹੇ ਹਾਂ ਅਤੇ ਬਹੁਤ ਲੋਕ ਹੁਣ ਇਸ ਦੇ ਨਾਲ ਸਹਿਮਤ ਹੋ ਗਏ ਹੈ ਕਿ ਕੌਮੀਅਤ ਸਿੱਖ ਦੀ ਬਹੁਤ ਜ਼ਰੂਰੀ ਹੈ। ਅਤੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਹੁਣ ਮੁਜ਼ਾਹਰੇ ਯੂਨਾਈਟਿਡ ਨੇਸ਼ਨਸ ਦੇ ਅੱਗੇ ਹੁੰਦੇ ਹੈ, ਐਂਬੈਸੀਆਂ ਦੇ ਅੱਗੇ ਹੁੰਦੇ ਆ ਸਿੱਖਾਂ ਦੇ ਕਿ ਸਾਨੂੰ ਆਜ਼ਾਦੀ ਚਾਹੀਦੀ ਹੈ। ਸੋ ਮੇਰਾ ਮਤਲਬ ਹੈ ਕਿ ਕੌਮ ਜਾਗ ਰਹੀ ਹੈ ਅਤੇ ਬਹੁਤ ਜ਼ਿਆਦਾ ਜਾਗ ਵੀ ਚੁੱਕੀ ਹੈ। ਧੰਨਵਾਦ ਮਾਨ ਸਾਹਿਬ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ।
ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।